ਸਾਡੇ YouTube ਚੈਨਲ ਯੂਨੀਕ ਐਜੂਕੇਸ਼ਨ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਜਿਨ੍ਹਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਜਿਹੜੀਆਂ ਅਪਡੇਟਸ ਆ ਟਾਈਮ ਟੂ ਟਾਈਮ ਤੁਹਾਨੂੰ ਮਿਲ ਸਕਣ। ਦੋਸਤੋ, ਵਾਰਕਾਵ ਦੇ ਵਿੱਚ ਚੰਡੀ ਦੀ ਵਾਰ ਨਾਲ ਸੰਬੰਧਿਤ ਆਪਾਂ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਰਟ 1 ਸੀ ਤਾਂ ਮਹੱਤਵਪੂਰਨ ਪ੍ਰਸ਼ਨ ਉਹਦੇ ਵਿੱਚ ਡਿਸਕਸ ਕੀਤੇ ਸੀਗੇ। ਉਸ ਤੋਂ ਨੈਕਸਟ ਜਿਹੜੀ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਵੀਡੀਓ ਪਾਰਟ 2 ਹੈ, ਜਿਹੜੀ ਉਸ ਦੇ ਨਾਲ ਸੰਬੰਧਿਤ ਜਿਹੜੇ ਮਹੱਤਵਪੂਰਨ ਪ੍ਰਸ਼ਨ ਹੈ ਉਹ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਸੋ ਇਸ ਨਾਲ ਸੰਬੰਧਿਤ ਨੈਕਸਟ ਜਿਹੜਾ ਪ੍ਰਸ਼ਨ ਹੈਗਾ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਉਹ ਹੈਗਾ, ਸ਼ੁੰਭ ਤੇ ਨਿਸ਼ੁੰਭ ਕਿਸ ਪੌੜੀ ਵਿੱਚ ਜਨਮ ਲੈਂਦੇ ਆ? ਤਾਂ ਸ਼ੁੰਭ ਤੇ ਨਿਸ਼ੁੰਭ ਹੈ ਜਿਹੜੇ ਉਹ 21ਵੀਂ ਪੌੜੀ ਦੇ ਵਿੱਚ ਜਨਮ ਲੈਂਦੇ ਆ। ਜਦੋਂ ਮਹਿਖਾਸੁਰ ਨੂੰ ਦੁਰਗਾ ਦੇਵੀ ਮਾਰ ਦਿੰਦੀ ਹੈ ਤਾਂ ਉਦੋਂ ਬਾਅਦ 'ਚ ਜਿਹੜੇ ਸ਼ੁੰਭ ਤੇ ਨਿਸ਼ੁੰਭ ਆ ਜਿਹੜੇ ਦੋ ਦੈਂਤ ਆ ਜਿਹੜੇ ਉਹ ਉਹਨਾਂ ਦੀ ਉਤਪਤੀ ਹੁੰਦੀ ਹੈ 21ਵੀਂ ਪੌੜੀ ਦੇ ਵਿੱਚ ਤੇ ਇਹ ਸ਼ਿਵ ਜੀ ਦੇ ਵਰਦਾਨ ਦੇ ਨਾਲ ਜਨਮ ਲੈਂਦੇ ਆ। ਜਦੋਂ ਇਹ ਜਨਮ ਲੈਂਦੇ ਆ ਤਾਂ ਫਿਰ ਉਸ ਤੋਂ ਬਾਅਦ ਇਹ ਜਿਹੜੇ ਇੰਦਰ ਦੀ ਰਾਜਧਾਨੀ ਨੂੰ ਜਿੱਤਣ ਦਾ ਇਰਾਦਾ ਕਰਦੇ ਆ, ਜਿੱਤਣ ਦਾ ਮਨ ਬਣਾਉਂਦੇ ਆ। ਜਿਵੇਂ ਆਪਾਂ ਦੇਖਿਆ ਕਿ ਜਦੋਂ ਦੁਰਗਾ ਦੇਵੀ ਹੈਗੀ ਹੈ ਉਹ ਦੈਂਤਾਂ ਨੂੰ ਹਰਾ ਕੇ ਮਹਿਖਾਸੁਰ ਨੂੰ ਮਾਰ ਕੇ ਜਿਹੜਾ ਰਾਜਧਾਨੀ ਸੀਗੀ ਉਹ ਇੰਦਰ ਨੂੰ ਸੌਂਪ ਕੇ ਚਲੀ ਜਾਂਦੀ ਹੈ। ਤਾਂ ਇੱਥੇ ਜਿਹੜੀ ਦੁਬਾਰਾ ਫਿਰ ਜਿਹੜੇ ਸ਼ੁੰਭ ਤੇ ਨਿਸ਼ੁੰਭ ਹੈ ਇਹ ਪੈਦਾ ਹੁੰਦੇ ਆ ਦੋ ਦੈਂਤ ਤੇ ਇਹ ਫਿਰ ਆਪਣਾ ਮਨ ਬਣਾਉਂਦੇ ਆ ਕਿ ਇਹਨਾਂ ਨੇ ਇੰਦਰ ਦੀ ਜਿਹੜੀ ਰਾਜਧਾਨੀ ਆ ਉਹਨੂੰ ਜਿੱਤਣਾ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, 22ਵੀਂ ਤੋਂ 25ਵੀਂ ਪੌੜੀ ਜਿਹੜੀ ਹੈਗੀ ਹੈ ਉਹਦੇ ਵਿੱਚ ਕਿਸ ਦਾ ਚਿੱਤਰਣ ਮਿਲਦਾ ਹੈ? ਤਾਂ ਦੈਂਤਾਂ ਦੀਆਂ ਫੌਜਾਂ ਦਾ ਇਕੱਠ, ਯੁੱਧ ਦੀ ਤਿਆਰੀ, ਦੇਵਤਿਆਂ ਦੀ ਹਾਰ ਤੇ ਦੇਵੀ ਪਾਸ ਸਹਾਇਤਾ ਲਈ ਜਾਣਾ। ਤਾਂ ਹੁਣ ਜਿਹੜੇ ਦੈਂਤ ਹੈਗੇ ਆ ਉਹ ਫੌਜਾਂ ਦਾ ਇਕੱਠ ਕਰਦੇ ਆ, ਫਿਰ ਉਹ ਦੇਵਤਿਆਂ ਦੇ ਨਾਲ ਦੇਵਤਿਆਂ ਦੇ ਵਿਰੁੱਧ ਯੁੱਧ ਦੀ ਤਿਆਰੀ ਕਰਦੇ ਆ। ਦੇਵਤਿਆਂ ਨਾਲ ਉਹਨਾਂ ਦਾ ਯੁੱਧ ਹੁੰਦਾ ਜਿਹਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਦੇਵਤੇ ਆ ਉਹ ਦੈਂਤਾਂ ਹੱਥੋਂ ਹਾਰ ਜਾਂਦੇ ਆ। ਹਾਰ ਕੇ ਉਹ ਫਿਰ ਡਰ ਜਾਂਦੇ ਆ ਤੇ ਫਿਰ ਉਹ ਸਹਾਇਤਾ ਦੇ ਲਈ ਦੇਵੀ ਦੇ ਕੋਲ ਜਾਂਦੇ ਆ, ਸਹਾਇਤਾ ਲਈ ਦੇਵੀ ਕੋਲ ਜਾਂਦੇ ਆ। ਹਾਂਜੀ, ਨੈਕਸਟ ਜਿਹੜਾ ਆਪਣੇ ਕੋਲੇ ਪ੍ਰਸ਼ਨ ਹੈਗਾ 26 ਤੋਂ ਲੈ ਕੇ 29ਵੀਂ ਪੌੜੀ। 26ਵੀਂ ਪੌੜੀ ਤੋਂ ਲੈ ਕੇ 29ਵੀਂ ਪੌੜੀ ਦੇ ਵਿੱਚ ਕੀ ਦਰਸਾਇਆ ਗਿਆ? ਤਾਂ 26ਵੀਂ ਪੌੜੀ ਤੋਂ ਲੈ ਕੇ 29ਵੀਂ ਪੌੜੀ ਦੇ ਵਿੱਚ ਦੇਵੀ ਤੇ ਧੂਮਲੋਚਨ ਦੈਂਤ ਦਾ ਯੁੱਧ, ਧੂਮਲੋਚਨ ਦੀ ਮੌਤ, ਬਚੀ ਫੌਜ ਦਾ ਦੈਂਤਾਂ ਦੇ ਰਾਜੇ ਕੋਲ ਜਾ ਕੇ ਸਥਿਤੀ ਦਾ ਵਰਣਨ। ਯਾਨੀ ਕਿ ਦੇਵੀ ਫਿਰ ਦੇਵਤਿਆਂ ਦੀ ਸਹਾਇਤਾ ਕਰਦੀ ਹੈ ਤਾਂ ਫਿਰ ਉਹ ਦੈਂਤਾਂ ਵਿਰੁੱਧ ਲੜਦੀ ਹੈ ਤੇ ਉਹਦੇ ਵਿੱਚ ਦੈਂਤਾਂ ਵੱਲੋਂ ਕੌਣ ਆਉਂਦਾ ਉਹਦੇ ਨਾਲ ਲੜਨ? ਧੂਮਲੋਚਨ ਦੈਂਤ, ਤੇ ਦੋਨਾਂ ਦੇ ਵਿਚਕਾਰ ਯੁੱਧ ਹੁੰਦਾ ਹੈ ਤਾਂ ਫਿਰ ਧੂਮਲੋਚਨ ਦੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਹੜੀ ਦੈਂਤਾਂ ਦੀ ਬਚੀ ਕੁਚੀ ਫੌਜ ਬਚਦੀ ਹੈ ਉਹ ਆਪਦੇ ਦੈਂਤਾਂ ਦੇ ਰਾਜੇ ਕੋਲੇ ਜਾ ਕੇ ਸਥਿਤੀ ਦਾ ਬਿਆਨ ਕਰਦੀ ਹੈ, ਵਰਣਨ ਕਰਦੀ ਹੈ ਤੇ ਜਾਇਜ਼ਾ ਦੱਸਦੀ ਹੈ ਕਿ ਸਥਿਤੀ ਉੱਥੇ ਕਿਵੇਂ ਦੀ ਸੀ ਯੁੱਧ ਦੇ ਵਿੱਚ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡ ਤੇ ਮੁੰਡ ਦੈਂਤ ਨਾਇਕਾਂ ਦਾ ਯੁੱਧ ਕਿਹੜੀਆਂ ਪੌੜੀਆਂ ਵਿੱਚ ਦਰਸਾਇਆ ਜਾਂਦਾ ਹੈ? ਹੁਣ ਧੂਮਲੋਚਨ ਤੋਂ ਬਾਅਦ ਜਿਹੜੇ ਦੈਂਤਾਂ ਵੱਲੋਂ ਅਗਲੇ ਜਿਹੜੇ ਦੈਂਤ ਭੇਜੇ ਜਾਂਦੇ ਲੜਾਈ ਕਰਨ ਦੇ ਲਈ ਉਹ ਹੁੰਦੇ ਆ ਚੰਡ ਤੇ ਮੁੰਡ। ਤਾਂ ਉਹਨਾਂ ਦੀਆਂ ਲੜਾਈਆਂ ਦਾ ਵਰਣਨ ਕਹਿੰਦੇ ਕਿਹੜੀਆਂ ਪੌੜੀਆਂ ਦੇ ਵਿੱਚ ਹੈ? ਤਾਂ ਉਹ 30 ਤੋਂ 32 ਪੌੜੀਆਂ ਦੇ ਵਿੱਚ ਉਹਨਾਂ ਦੀ ਲੜਾਈ ਦਾ ਵਰਣਨ ਹੈ। ਯਾਨੀ ਕਿ ਉਹ ਦੋਨੋਂ ਫੇਰ ਦੇਵੀ ਦੇ ਨਾਲ ਯੁੱਧ ਕਰਦੇ ਆ ਪਰ ਜਿਹੜੀ ਦੇਵੀ ਹੈ ਉਹਨਾਂ ਨੂੰ ਫੇਰ ਮਾਰ ਦਿੰਦੀ ਹੈ, ਉਹ ਦੋਨੋਂ ਇਸ ਯੁੱਧ ਦੇ ਵਿੱਚ ਮਰ ਜਾਂਦੇ ਆ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, 33 ਤੋਂ 43 ਪੌੜੀਆਂ ਵਿੱਚ ਕੀ ਦਰਸਾਇਆ ਗਿਆ? 33 ਤੋਂ ਲੈ ਕੇ ਜਿਹੜੀਆਂ 43 ਪੌੜੀਆਂ ਉਹਨਾਂ ਦੇ ਵਿੱਚ ਕੀ ਦੱਸਿਆ ਗਿਆ? ਰਕਤ ਬੀਜ ਦਾ ਦੈਂਤਾਂ ਵੱਲੋਂ ਦੇਵੀ ਨਾਲ ਯੁੱਧ, ਉਸ ਦੀਆਂ ਲਹੂ ਬੂੰਦਾਂ ਤੇ ਦੈਂਤਾਂ ਦੀ ਪੈਦਾਇਸ਼, ਦੇਵੀ ਦੇ ਮੱਥੇ ਤੇ ਕਾਲੀ ਦਾ ਪ੍ਰਗਟ ਹੋਣਾ, ਰਕਤ ਬੀਜ ਦਾ ਲਹੂ ਪੀਣਾ। ਹੁਣ ਦੈਂਤਾਂ ਵੱਲੋਂ ਦੇਵੀ ਦੇ ਨਾਲ ਲੜਨ ਲਈ ਕੌਣ ਆਉਂਦਾ ਹੈਗਾ? ਤਾਂ ਰਕਤ ਬੀਜ ਆਉਂਦਾ ਹੈ। ਤਾਂ ਰਕਤ ਬੀਜ ਜਿਹੜਾ ਉਹਦੀਆਂ ਲਹੂ ਦੀਆਂ ਬੂੰਦਾਂ ਹੁੰਦੀਆਂ ਜਿਹੜੀਆਂ ਉਹਦੇ ਨਾਲ ਦੈਂਤ ਪੈਦਾ ਹੋ ਜਾਂਦੀ ਹੈ। ਤਾਂ ਜਿਹੜੀ ਉਧਰੋਂ ਦੁਰਗਾ ਦੇਵੀ ਹੈ ਫਿਰ ਉਹਦੇ ਮੱਥੇ ਤੇ ਕਾਲੀ ਪ੍ਰਗਟ ਹੁੰਦੀ ਹੈ ਤਾਂ ਕਿ ਉਹ ਜਿਹੜੇ ਦੈਂਤਾਂ ਦੀ ਉਪਜ ਹੈਗੀ ਆ ਉਹਨੂੰ ਰੋਕ ਸਕੇ। ਤਾਂ ਉਹ ਫਿਰ ਰਕਤ ਬੀਜ ਦਾ ਖੂਨ ਪੀਂਦੀ ਹੈ, ਖੂਨ ਪੀ ਕੇ ਜਿਹੜੇ ਨਵੇਂ ਦੈਂਤ ਪੈਦਾ ਹੁੰਦੇ ਆ ਉਹਨਾਂ ਦੀ ਉਪਜ ਬੰਦ ਕਰ ਦਿੰਦੀ ਹੈ ਤੇ ਫਿਰ ਦੋਨੋਂ ਦੇਵੀਆਂ ਰਲ ਕੇ ਰਕਤ ਬੀਜ ਨੂੰ ਮਾਰ ਦਿੰਦੀਆਂ। ਹਾਂਜੀ, ਨੈਕਸਟ ਪ੍ਰਸ਼ਨ ਆਪਣੇ ਕੋਲੇ ਹੋਏਗਾ, ਨਿਸ਼ੁੰਭ ਤੇ ਦੇਵੀ ਦਾ ਯੁੱਧ ਕਿਹੜੀਆਂ ਪੌੜੀਆਂ ਵਿੱਚ ਹੈ? ਨਿਸ਼ੁੰਭ
ਤੇ ਦੇਵੀ ਦਾ ਯੁੱਧ। ਹੁਣ ਨਿਸ਼ੁੰਭ ਦੇ ਸ਼ੁੰਭ ਦੇ ਜਿੰਨੇ ਜਣੇ ਭੇਜੇ ਸੀ, ਜਿੰਨੇ ਦੈਂਤ ਭੇਜੇ ਸੀ, ਉਹਨਾਂ ਨੂੰ ਸਭ ਨੂੰ ਦੁਰਗਾ ਦੇਵੀ ਨੇ ਮਾਰਤਾ। ਤਾਂ ਫਿਰ ਅਖੀਰ ਤੇ ਕੌਣ ਆਉਂਦਾ? ਨਿਸ਼ੁੰਭ ਖੁਦ ਆਉਂਦਾ ਲੜਾਈ ਕਰਨ। ਤਾਂ ਉਹ ਕਿਹੜੀਆਂ ਪੌੜੀਆਂ ਦੇ ਵਿੱਚ ਆਉਂਦਾ? 40 ਤੋਂ ਲੈ ਕੇ 50 ਪੌੜੀਆਂ ਦੇ ਵਿੱਚ। ਤਾਂ ਇਹਨਾਂ ਸਾਰੀਆਂ 6 ਪੌੜੀਆਂ ਦੇ ਵਿੱਚ, 6-7 ਪੌੜੀਆਂ ਦੇ ਵਿੱਚ ਉਹਨਾਂ ਦੇ ਭਿਆਨਕ ਯੁੱਧ ਦਾ ਵਰਣਨ ਕੀਤਾ ਗਿਆ ਹੈ। ਤਾਂ ਇਸ ਯੁੱਧ ਦੇ ਵਿੱਚ ਕੀ ਹੁੰਦਾ? ਜਿਹੜਾ ਨਿਸ਼ੁੰਭ ਹੈ ਉਹ ਘੋੜੇ ਤੋਂ ਡਿੱਗ ਕੇ ਮਰ ਜਾਂਦਾ ਹੈਗਾ ਤੇ ਉਹਦੀ ਬਹਾਦਰੀ ਦਾ ਅੱਗੇ ਪੌੜੀਆਂ ਦੇ ਵਿੱਚ ਜਸ ਗਾਇਨ ਕੀਤਾ ਗਿਆ ਵੀ ਕਿੰਨੀ ਬਹਾਦਰੀ ਦੇ ਨਾਲ ਉਹ ਲੜਿਆ ਸੀ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਸ਼ੁੰਭ ਤੇ ਦੇਵੀ ਦਾ ਯੁੱਧ ਦਾ ਵਰਣਨ ਕਿਹੜੀਆਂ ਪੌੜੀਆਂ ਵਿੱਚ ਆ? ਹੁਣ ਨਿਸ਼ੁੰਭ ਮਾਰਿਆ ਗਿਆ ਤਾਂ ਸ਼ੁੰਭ ਦੀ ਵਾਰੀ ਆਉਂਦੀ ਹੈ। ਤਾਂ ਫਿਰ 51 ਤੋਂ ਲੈ ਕੇ 54 ਪੌੜੀਆਂ ਦੇ ਵਿੱਚ ਸ਼ੁੰਭ ਦਾ ਤੇ ਦੇਵੀ ਦੇ ਯੁੱਧ ਦਾ ਵਰਣਨ ਆ। ਉਹ ਬਹੁਤ ਹੀ ਵੀਰਤਾ ਦੇ ਨਾਲ ਲੜਦਾ ਹੈਗਾ, ਬਹਾਦਰੀ ਨਾਲ ਲੜਦਾ, ਪਰ ਅੰਤ ਦੇ ਵਿੱਚ ਦੇਵੀ ਉਹਨੂੰ ਵੀ ਮਾਰ ਦਿੰਦੀ ਆ। ਹੁਣ ਇੱਥੇ ਇੱਕ ਪ੍ਰਸ਼ਨ ਹੋਰ ਮਹੱਤਵਪੂਰਨ ਬਣਦਾ ਹੈ ਕਿ ਕਈ ਵਾਰੀ ਪੁੱਛ ਲੈਂਦੇ ਆ ਵੀ ਸ਼ੁੰਭ ਤੇ ਨਿਸ਼ੁੰਭ ਵਿੱਚੋਂ ਕੌਣ ਬਾਅਦ ਚ ਮਰਿਆ? ਤਾਂ ਜਿਹੜਾ ਨਿਸ਼ੁੰਭ ਸੀ ਉਹ ਪਹਿਲਾਂ ਮਰਿਆ, ਸ਼ੁੰਭ ਬਾਅਦ ਚ ਮਰਿਆ, ਇਹਨਾਂ ਸਾਰਿਆਂ ਤੋਂ ਮਹਿਖਾਸੁਰ ਸਭ ਤੋਂ ਪਹਿਲਾਂ ਮਰਿਆ ਹੈ। ਤਾਂ ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਹੈ ਕਿ ਵਾਰ ਦੇ ਵਿੱਚ ਕਿਹੜੇ ਦੈਂਤ ਦੀ ਮੌਤ ਪਹਿਲਾਂ ਹੁੰਦੀ ਹੈ ਜਾਂ ਕਿਹੜੇ ਦੈਂਤ ਦੀ ਜਿਹੜੀ ਮੌਤ ਹੈ ਉਹ ਅੰਤ ਵਿੱਚ ਹੁੰਦੀ ਹੈ। ਤਾਂ ਅੰਤ ਦੇ ਵਿੱਚ ਕੌਣ ਮਾਰਿਆ ਜਾਂਦਾ ਲੜਾਈ ਦੇ ਵਿੱਚ? ਸ਼ੁੰਭ। ਤੇ ਜਿਹੜਾ ਨਿਸ਼ੁੰਭ ਹੈ ਉਹ ਘੋੜੇ ਤੋਂ ਡਿੱਗ ਕੇ ਮਰਦਾ ਹੈ ਤੇ ਜਿਹੜਾ ਸ਼ੁੰਭ ਹੈਗਾ ਉਹ ਲੜਾਈ ਵਿੱਚ ਬਹਾਦਰੀ ਨਾਲ, ਵੀਰਤਾ ਨਾਲ ਲੜਦਾ ਮਾਰਿਆ ਜਾਂਦਾ। ਹਾਂਜੀ, ਨੈਕਸਟ ਆਪਣੇ ਕੋਲੇ ਹੈਗਾ ਲਾਸਟ ਪੌੜੀ, 55ਵੀਂ ਪੌੜੀ ਕਿਸ ਨਾਲ ਸੰਬੰਧਿਤ ਹੈ? ਤਾਂ ਜਦੋਂ ਸ਼ੁੰਭ ਤੇ ਨਿਸ਼ੁੰਭ ਦੀ ਮੌਤ ਹੋ ਜਾਂਦੀ ਹੈ ਉਦੋਂ ਬਾਅਦ 'ਚ ਇੰਦਰ ਨੂੰ ਗੱਦੀ ਤੇ ਬਿਠਾਉਣ ਦੇਵੀ ਦੀ ਬਹਾਦਰੀ ਦਾ ਜਸ ਤੇ ਜਸ ਆਉਣਾ। ਜਸ 14 ਲੋਕਾਂ ਵਿੱਚ ਛਾ ਜਾਣ ਦਾ ਵਰਣਨ ਹੈ। ਤਾਂ ਸ਼ੁੰਭ ਤੇ ਨਿਸ਼ੁੰਭ ਦੀ ਮੌਤ ਤੋਂ ਬਾਅਦ ਜਿਹੜੀ ਦੇਵੀ ਹੈ ਉਹ ਇੰਦਰ ਨੂੰ ਰਾਜਧਾਨੀ ਸੌਂਪ ਕੇ ਉਹਦਾ ਰਾਜ ਤਿਲਕ ਕਰਦੀ ਹੈ ਤੇ ਉਹਨੂੰ ਗੱਦੀ ਤੇ ਬਿਠਾ ਦਿੰਦੀ ਹੈ। ਤੇ ਜਿਹੜੀ ਉਹਦੀ ਜਿਹੜੀ ਦੇਵੀ ਹੈ, ਦੇਵੀ ਦੀ ਬਹਾਦਰੀ ਦਾ ਜਿਹੜਾ ਜਸ ਹੈ ਉਹ ਕਹਿੰਦੇ 14 ਲੋਕਾਂ ਤੱਕ ਛਾ ਜਾਂਦਾ ਹੈਗਾ, 14 ਲੋਕਾਂ ਦੀ ਧਰਤੀ ਤੇ ਛਾ ਜਾਂਦਾ ਹੈਗਾ। ਹਾਂਜੀ, ਨੈਕਸਟ ਹੈਗਾ ਆਪਣੇ ਕੋਲੇ ਵਾਰ ਦੇ ਅੰਤ ਵਿੱਚ ਕੀ ਲਿਖਿਆ ਜਾਂਦਾ ਹੈ? ਤਾਂ ਵਾਰ ਦੇ ਅੰਤ ਵਿੱਚ ਜਿਵੇਂ ਆਪਾਂ ਨੂੰ ਪਤਾ ਹੈ ਕਿ ਮਹਾਤਮ ਲਿਖਿਆ ਜਾਂਦਾ ਹੈ, ਤਾਂ ਉਵੇਂ ਇਸ ਵਾਰ ਦੇ ਵਿੱਚ ਵੀ ਜਿਵੇਂ ਸ਼ੁਰੂ 'ਚ ਆਪਾਂ ਦੇਖਿਆ ਮੰਗਲਾਚਰਨ ਪੌੜੀ 1 ਦੇ ਪੌੜੀ 2 ਦੇ ਵਿੱਚ, ਉਸ ਤੋਂ ਬਾਅਦ 'ਚ ਇਹਦਾ ਸਾਰਾ ਵਿਸ਼ਾ ਵਿਧਾਨ ਆ ਗਿਆ। ਵਿਸ਼ੇ ਵਿਧਾਨ ਤੋਂ ਐਂਡ ਦੇ ਵਿੱਚ ਆਪਾਂ ਕੀ ਲਿਖਿਆ ਹੈਗਾ? ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀ ਲਿਖਿਆ ਗਿਆ ਹੈਗਾ? ਮਹਾਤਮ। ਤਾਂ ਮਹਾਤਮ ਦੀਆਂ ਲਾਈਨਾਂ ਕਿਹੜੀਆਂ? ਦੁਰਗਾ ਪਾਠ ਬਨਾਇਆ ਸਭੇ ਪੌੜੀਆਂ, ਦੁਰਗਾ ਪਾਠ ਬਨਾਇਆ ਸਭੇ ਪੌੜੀਆਂ, ਫਿਰ ਨਾ ਜੂਨੀ ਆਇਆ ਜਿਨਨੇ ਗਾਇਆ। ਇਹ ਮਹਾਤਮ ਦੀਆਂ ਲਾਈਨਾਂ, ਕਈ ਵਾਰੀ ਇਹ ਲਾਈਨਾਂ ਦਿੱਤੀਆਂ ਹੁੰਦੀਆਂ ਤੇ ਪੁੱਛ ਲਿਆ ਜਾਂਦਾ ਹੈ ਕਿ ਚੰਡੀ ਦੀ ਵਾਰ ਦੇ ਵਿੱਚ ਇਹ ਕਿੱਥੇ ਦਰਜ ਹੈ? ਤਾਂ ਚੰਡੀ ਦੀ ਵਾਰ ਦੇ ਵਿੱਚ ਅੰਤ ਦੇ ਵਿੱਚ ਇਹ ਲਾਈਨਾਂ ਦਰਜ ਹੈ, ਮਹਾਤਮ ਦੇ ਰੂਪ ਦੇ ਵਿੱਚ ਇਹ ਲਾਈਨਾਂ ਦਰਜ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਦੋਹਰੇ ਬਾਰੇ ਦੱਸੋ। ਜਿਵੇਂ ਆਪਾਂ ਦੇਖਿਆ ਕਿ ਚੰਡੀ ਦੀ ਵਾਰ ਦੇ ਵਿੱਚ ਇੱਕ ਦੋਹਰਾ ਹੈ, ਜਿਹੜਾ ਇਹ ਦੋਹਰਾ ਇਹ 5ਵੇਂ ਜਿਹੜੀ ਪੌੜੀ ਹੈ ਉਹਦੇ ਤੋਂ ਬਾਅਦ ਮਤਲਬ ਲਿਖਿਆ ਗਿਆ ਹੈਗਾ। ਤਾਂ 5ਵੀਂ ਪੌੜੀ ਤੋਂ ਬਾਅਦ ਕੀ ਲਿਖਿਆ ਗਿਆ? ਦੋਹਰਾ। ਤੇ ਦੋਹਰੇ ਦੀਆਂ ਲਾਈਨਾਂ ਕਿਹੜੀਆਂ ਹੈਗੀਆਂ? ਰਾਕਸ਼ ਆਏ ਰੋਹਿਲੇ, ਖੇਤ ਪਿੜਨ ਕੇ ਚਾਏ, ਲਸ਼ਕਨ ਦੇਖਾਂ ਬਰਸ਼ੀਆਂ, ਸੂਰਜ ਨਜ਼ਰ ਨਾ ਪਾਏ। ਇਹ ਲਾਈਨਾਂ ਕਈ ਵਾਰੀ ਉੱਪਰ ਦੇ ਸਕਦੇ, ਪੁੱਛ ਸਕਦੇ ਚੰਡੀ ਦੀ ਵਾਰ ਦੇ ਵਿੱਚ ਕਿਸ ਰੂਪ ਵਿੱਚ ਦਰਜ ਹੈ? ਤਾਂ ਦੋਹਰੇ ਦੇ ਰੂਪ ਵਿੱਚ ਇਹ ਜਿਹੜੀਆਂ ਲਾਈਨਾਂ ਚੰਡੀ ਦੀ ਵਾਰ ਦੇ ਵਿੱਚ ਦਰਜ ਹੈ। ਹਾਂਜੀ, ਨੈਕਸਟ ਹੈਗਾ ਆਪਣੇ ਕੋਲੇ ਚੰਡੀ ਦੀ ਵਾਰ ਦੀ ਕਹਾਣੀ ਕਿਸ ਯੁੱਗ ਦੀ ਹੈ? ਤਾਂ ਚੰਡੀ ਦੀ ਵਾਰ ਦੀ ਕਹਾਣੀ ਹੈ ਜਿਹੜੀ ਤ੍ਰੇਤਾ ਯੁੱਗ ਦੀ ਹੈ। ਕਿਹੜੇ ਯੁੱਗ ਦੀ ਹੈ? ਤ੍ਰੇਤਾ ਯੁੱਗ ਦੀ। ਤ੍ਰੇਤਾ ਤੋਂ ਕੀ ਭਾਵ ਹੁੰਦਾ ਕਿ ਧਰਮ ਤੇ ਪਵਿੱਤਰਤਾ ਸਤਯੁਗ ਨਾਲੋਂ ਅੱਧੀ ਰਹਿ ਜਾਂਦੀ ਹੈ। ਜਦੋਂ ਕਹਿੰਦੇ ਧਰਮ ਤੇ ਪਵਿੱਤਰਤਾ ਸਤਯੁਗ ਨਾਲੋਂ ਅੱਧੀ ਰਹਿ ਜਾਵੇ ਉਹਨੂੰ ਤ੍ਰੇਤਾ ਯੁੱਗ ਬੋਲਦੇ ਆ। ਤਾਂ ਚੰਡੀ ਦੀ ਵਾਰ ਦੇ ਵਿੱਚ ਸਤੋਗੁਣੀ ਯੁੱਗ ਹੈ ਜਿਹੜਾ ਉਹ ਬੀਤਣ ਤੋਂ ਬਾਅਦ ਤ੍ਰੇਤਾ ਯੁੱਗ ਸ਼ੁਰੂ ਹੁੰਦਾ ਹੈ। ਤਾਂ ਜਦੋਂ ਤ੍ਰੇਤਾ ਯੁੱਗ ਸ਼ੁਰੂ ਹੁੰਦਾ ਹੈ ਉਦੋਂ ਕਹਿੰਦੇ ਬਹੁਤ ਹੀ ਜਿਹੜੇ ਦੇਵਤੇ ਹੈਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਪੈਦਾ ਹੋ ਜਾਂਦਾ ਹੈ। ਉਹਨਾਂ ਵਿੱਚ ਕੀ ਪੈਦਾ ਹੋ ਜਾਂਦਾ? ਹੰਕਾਰ। ਤੇ ਉਹ ਅਭਿਮਾਨੀ ਹੋ ਜਾਂਦੇ ਹੈ। ਤਾਂ ਉਹਨਾਂ ਦੇ ਅਭਿਮਾਨ ਨੂੰ ਖਤਮ ਕਰਨ ਦੇ ਲਈ ਫਿਰ ਮਹਿਖਾਸੁਰ ਵਰਗੇ ਜਿਹੜੇ ਰਾਖਸ਼ ਹੈਗੇ ਹੈ, ਸ਼ੁੰਭ ਨਿਸ਼ੁੰਭ ਵਰਗੇ ਰਾਖਸ਼ ਹੈਗੇ ਜਿਹੜੇ, ਉਹਨਾਂ ਨੂੰ ਪੈਦਾ ਕੀਤਾ ਜਾਂਦਾ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ ਕਲਯੁਗ ਸਭਾ ਵਿੱਚ ਕਿਸਨੇ ਡੋਰੂ ਵਜਾਇਆ? ਤਾਂ ਚੰਡੀ ਦੀ ਵਾਰ ਦੇ ਵਿੱਚ ਕਲਯੁਗ ਸਭਾ ਵਿੱਚ ਕਾਲ ਤੇ ਨਾਰਦ ਨੇ ਡੋਰੂ ਵਜਾਇਆ।
ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਦੁਰਗਾ ਦੇਵੀ ਨੇ ਮਹਿਖਾਸੁਰ ਉੱਤੇ ਵਾਰ ਕਿਸ ਹਥਿਆਰ ਨਾਲ ਕੀਤਾ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਵੀ ਕਿ ਦੁਰਗਾ ਦੇਵੀ ਨੇ ਜਿਹੜਾ ਵਾਰ ਹੈ ਉਹ ਮਹਿਖਾਸੁਰ ਤੇ ਕਿਹੜੇ ਹਥਿਆਰ ਨਾਲ ਕੀਤਾ ਸੀ, ਤਾਂ ਉਹਨਾਂ ਨੇ ਤਲਵਾਰ ਦੇ ਨਾਲ ਮਹਿਖਾਸੁਰ ਦੇ ਉੱਤੇ ਵਾਰ ਕੀਤਾ ਸੀਗਾ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਦੁਰਗਾ ਦੇਵੀ ਕਿਸ ਤੇ ਸਵਾਰ ਸੀ, ਤਾਂ ਯੁੱਧ ਦੇ ਵਿੱਚ ਉਹ ਕਿਸ ਤੇ ਸਵਾਰ ਸੀਗੀ, ਸ਼ੇਰ ਤੇ। ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ, ਪੁੱਛ ਲਿਆ ਜਾਂਦਾ ਕਈ ਵਾਰੀ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਕੰਸ ਨੂੰ ਕੇਸਾਂ ਤੋਂ ਫੜ ਕੇ ਕਿਹਨੇ ਪਟਕਾਇਆ ਸੀਗਾ, ਤਾਂ ਕ੍ਰਿਸ਼ਨ ਨੇ ਵਾਰ ਦੇ ਵਿੱਚ ਕੰਸ ਨੂੰ ਕੇਸਾਂ ਤੋਂ ਫੜ ਕੇ ਪਟਕਾਇਆ ਸੀ। ਪਰਮਾਤਮਾ ਨੇ ਸਭ ਤੋਂ ਪਹਿਲਾਂ ਕਿਸ ਚੀਜ਼ ਦੀ ਸਿਰਜਣਾ ਕੀਤੀ, ਤਾਂ ਪਰਮਾਤਮਾ ਨੇ ਸਾਰਿਆਂ ਤੋਂ ਪਹਿਲਾਂ ਪਰਮ ਸ਼ਕਤੀ ਦੀ ਸਿਰਜਣਾ ਕੀਤੀ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਦੋਹਾਂ ਧਿਰਾਂ ਵਿਚਕਾਰ ਲੜਾਈਆਂ ਤੋਂ ਪਹਿਲਾਂ ਕੀ ਵਜਾਇਆ ਜਾਂਦਾ ਹੈ, ਤਾਂ ਦੋਹਾਂ ਧਿਰਾਂ ਦੇ ਵਿਚਕਾਰ ਢੋਲ ਤੇ ਨਗਾਰੇ। ਚੰਡੀ ਦੀ ਵਾਰ ਦੇ ਵਿੱਚ ਦੋਹਾਂ ਧਿਰਾਂ ਵਿੱਚ ਜਦੋਂ ਵੀ ਯੁੱਧ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਕੀ ਵਜਾਇਆ ਜਾਂਦਾ ਹੈ, ਢੋਲ ਤੇ ਨਗਾਰੇ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਬਹੁਤ ਇੰਪੋਰਟੈਂਟ ਲਾਈਨਾਂ ਇਹ, ਇਹਨਾਂ ਤੋਂ ਕੀ ਭਾਵ ਹੈ, ਪਰਮਾਤਮਾ ਨੇ ਦੁਰਗਾ ਪੈਦਾ ਕਰਕੇ ਦੈਂਤਾਂ ਦਾ ਨਾਸ ਕਰਾਇਆ। ਜਿਵੇਂ ਆਪਾਂ ਪਹਿਲਾਂ ਮੰਗਲਾਚਰਨ ਦੇ ਵਿੱਚ ਵੀ ਇਹ ਲਾਈਨਾਂ ਪੜ੍ਹ ਕੇ ਆਏ ਹਾਂ ਕਿ ਉਹਨਾਂ ਨੇ ਦੁਰਗਾ ਨੂੰ ਪੈਦਾ ਕੀਤਾ ਦੈਂਤਾਂ ਦਾ ਨਾਸ ਕਰਨ ਵਾਸਤੇ। ਜਿਹੜੀ ਦੁਰਗਾ ਹੈਗੀ ਹੈ ਉਹ ਸ਼ਕਤੀਸ਼ਾਲੀ ਤਾਂ ਹੈਗੀ ਹੈ ਪਰ ਸਰਵ ਸ਼ਕਤੀਸ਼ਾਲੀ ਨਹੀਂ ਹੈਗੀ, ਕਿਉਂਕਿ ਉਹ ਪਰਮਾਤਮਾ ਦੇ ਅਧੀਨ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਕਿਸ ਦੀ ਪਹਿਲ ਕੀਤੀ ਹੈ, ਤਾਂ ਨਾਇਕੀ ਆਧਾਰਿਤ ਜਿਹੜੀ ਵਾਰ ਲਿਖਣ ਦੀ ਪਹਿਲ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਕੀਤੀ ਹੈ। ਜਿਵੇਂ ਆਪਾਂ ਪਹਿਲੇ ਜਿਹੜੇ ਭਾਗ 1 ਦੇ ਵਿੱਚ ਆਪਾਂ ਪ੍ਰਸ਼ਨ ਡਿਸਕਸ ਕੀਤਾ ਸੀਗਾ, ਉੱਥੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਾਇਕ ਸੰਕਲਪ ਦਾ ਇਹਨਾਂ ਨੇ ਨਵੀਨੀਕਰਨ ਕੀਤਾ ਸੀਗਾ। ਇਸ ਤੋਂ ਪਹਿਲਾਂ ਜਿਹੜੇ ਨਾਇਕ ਸੀਗੇ ਉਹ ਆਮ ਤੌਰ 'ਤੇ ਆਦਮੀ ਹੁੰਦੇ ਸੀਗੇ, ਮਰਦ ਹੀ ਹੁੰਦੇ ਸੀਗੇ, ਅਤੇ ਇਹਦੇ ਵਿੱਚ ਉਹਨਾਂ ਨੇ ਦੇਵੀ ਹੈਗੀ ਹੈ ਜਿਹੜੀ ਦੁਰਗਾ ਦੇਵੀ, ਉਹਨੂੰ ਨਾਇਕਾ ਦੇ ਤੌਰ 'ਤੇ ਪੇਸ਼ ਕੀਤਾ। ਤਾਂ ਨਾਇਕੀ ਆਧਾਰਿਤ ਵਾਰ ਲਿਖਣ ਦੀ ਉਹਨਾਂ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ। ਸੋ ਇਹ ਸੀਗੇ ਆਪਣੇ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ, ਜਿਨ੍ਹਾਂ ਨੇ ਸਾਡਾ ਭਾਗ 1 ਜਿਹੜਾ ਪਾਰਟ 1 ਹੈ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਪ੍ਰਸ਼ਨ ਨਹੀਂ ਦੇਖੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਪਿਆ, ਇਸ ਤੋਂ ਪਹਿਲਾਂ ਵਾਲੇ ਪ੍ਰਸ਼ਨ ਤੁਸੀਂ ਉੱਥੋਂ ਦੇਖ ਸਕਦੇ ਆ। ਸਾਡੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦੇਣਾ।